ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਹਾਦਸੇ 'ਚ ਪੰਜਾਬਣ ਲੜਕੀ ਦੀ ਮੌਤ, ਪੁਲਿਸ ਨੇ ਕੀਤਾ ਬਜ਼ੁਰਗ ਨੂੰ ਕਾਬੂ। ਕੈਨੇਡਾ 'ਚ ਠੰਡ ਨੇ ਕੀਤੇ ਬੁਰੇ ਹਾਲ, ਊਬਰ ਰਾਈਡ ਤੇ ਵਧੇ ਭਾਅ। ਟੋਰਾਂਟੋ ਵਿੱਚ ਚੱਲੀਆਂ ਗੋਲੀਆਂ, ਇੱਕ ਵਿਅਕਤੀ ਗੰਭੀਰ ਜ਼ਖਮੀ। GTA ਵਿੱਚ ਵਾਪਰੇ ਹਾਦਸੇ, ਇੱਕ ਦੀ ਗਈ ਜਾਨ। ਜਗਮੀਤ ਸਿੰਘ ਨੇ ਘੇਰੀ ਟਰੂਡੋ ਸਰਕਾਰ, ਵਰਕਰਾਂ ਦੇ ਹੱਕ ਦੀ ਕੀਤੀ ਗੱਲ। ਪਿਛਲੇ ਦਿਨੀ ਕੈਨੇਡਾ ਦੇ ਇੱਕ ਹਿੱਸੇ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਪੰਜਾਬੀ ਮੂਲ ਦੀ ਇੱਕ ਲੜਕੀ ਦੀ ਜਾਨ ਚਲੀ ਗਈ। ਇਸ ਲੜਕੀ ਦੀ ਅਜੇ ਉਮਰ ਕਾਫੀ ਘੱਟ ਦੱਸੀ ਜਾ ਰਹੀ ਹੈ, ਜਿਸ ਦੀ ਪਹਿਚਾਣ ਵੀ ਪੁਲਿਸ ਅਧਿਕਾਰੀਆਂ ਵੱਲੋਂ ਜਨਤਕ ਕੀਤੀ ਗਈ। ਆਫੀਸਰਸ ਵੱਲੋਂ ਕਾਰਵਾਈ ਕੀਤੀ ਗਈ ਤੇ ਉਹਨਾਂ ਨੇ ਇੱਕ ਬਜ਼ੁਰਗ ਨੂੰ ਕਾਬੂ ਕੀਤਾ। ਮਿਸੀਸਾਗਾ ਤੋਂ ਇੱਕ ਹਿੱਟ ਐਂਡ ਰਨ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਪੰਜਾਬੀ ਮੂਲ ਦੀ ਲੜਕੀ ਦੀ ਜਾਨ ਚਲੀ ਗਈ। ਇਸ ਸੰਬੰਧੀ ਪੁਲਿਸ ਨੇ ਕਾਰਵਾਈ ਕੀਤੀ ਤੇ ਉਹਨਾਂ ਵੱਲੋਂ 70 ਸਾਲ ਦੇ ਬਜ਼ੁਰਗ ਨੂੰ ਗ੍ਰਿਫਤਾਰ ਕੀਤਾ ਗਿਆ। ਜੀ ਹਾਂ, ਪਿਛਲੇ ਦਿਨੀ ਮਿਸੀਸਾਗਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਸੜਕ ਹਾਦਸੇ ਵਿੱਚ 19 ਸਾਲਾ ਪੰਜਾਬੀ ਮੂਲ ਦੀ ਲੜਕੀ ਦੀ ਮੌਤ ਹੋ ਗਈ। ਇਸ ਲੜਕੀ ਦੀ ਪਹਿਚਾਣ ਨਵਨੀਤ ਕੌਰ ਦੇ ਤੌਰ ਤੇ ਉੱਪਰ ਦੱਸੀ ਗਈ। ਮਾਮਲੇ ਵਿੱਚ ਪੀਲ ਰੀਜਨਲ ਪੁਲਿਸ ਨੇ ਬ੍ਰੈਂਪਟਨ ਦੇ ਨਾਲ ਸੰਬੰਧਿਤ 70 ਸਾਲਾ ਬਜ਼ੁਰਗ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਦਾ ਨਾਮ ਕਲੌਡ ਮਾਰਟਿਨ ਦੱਸਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਕਈ ਹਫ਼ਤਿਆਂ ਤੋਂ ਪੁਲਿਸ ਵੱਲੋਂ ਇਸ ਘਟਨਾ ਦੇ ਸੰਬੰਧ ਵਿੱਚ ਜਾਂਚ ਪੜਤਾਲ ਕੀਤੀ ਜਾ ਰਹੀ ਸੀ, ਜਿਸ ਤੋਂ ਬਾਅਦ ਪੁਲਿਸ ਸ਼ੱਕੀ ਨੂੰ ਲੱਭਣ ਦੇ ਵਿੱਚ ਕਾਮਯਾਬ ਰਹੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਹ ਮਾਮਲਾ 13 ਅਕਤੂਬਰ ਵਾਲੇ ਦਿਨ ਸ਼ਾਮ 5 ਵਜੇ ਦੇ ਕਰੀਬ ਸਾਹਮਣੇ ਆਇਆ, ਜਿੱਥੇ ਹਿੱਟ ਐਂਡ ਰਨ ਦਾ ਹਾਦਸਾ ਵਾਪਰਿਆ ਤੇ ਨਵਨੀਤ ਕੌਰ ਜ਼ਖਮੀ ਹੋਈ। ਨਵਨੀਤ ਕੌਰ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ, ਪਰ ਇੱਥੇ ਉਸਨੇ ਦਮ ਤੋੜ ਦਿੱਤਾ। ਕੈਨੇਡਾ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਇਸ ਸਮੇਂ ਮੌਸਮ ਦੇ ਜੋ ਹਾਲਾਤ ਬਣੇ ਹੋਏ ਨੇ, ਉਸ ਤੋਂ ਬਾਅਦ ਲੋਕ ਵੀ ਖਾਸੇ ਪਰੇਸ਼ਾਨ ਹਨ। ਇਸ ਮੌਸਮ ਦੀ ਜੋ ਪਹਿਲੀ ਸਨੋ ਪਈ, ਉਸ ਕਾਰਨ ਵੱਡੀ ਪੱਧਰ ਦੇ ਉੱਪਰ ਲੋਕ ਪ੍ਰਭਾਵਿਤ ਹੋਏ ਨੇ। ਹਰ ਪਾਸੇ ਸਨੋ ਹੀ ਸਨੋ ਦਿਖਾਈ ਦੇ ਰਹੀ ਹੈ। ਸੜਕਾਂ ਦੇ ਉੱਪਰ ਵੀ ਕਈ ਲੋਕ ਫਸ ਗਏ ਤੇ ਘਰਾਂ ਦੀ ਬਿਜਲੀ ਵੀ ਗੁੱਲ ਹੋ ਗਈ। ਇਸ ਸਭ ਦੇ ਦੌਰਾਨ ਊਬਰ ਦੇ ਭਾਅ ਵੀ ਉੱਪਰ ਜਾਂਦੇ ਹੋਏ ਦਿਖਾਈ ਦੇ ਰਹੇ ਨੇ, ਜਿਸ ਤੋਂ ਬਾਅਦ ਲੋਕ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਹੇ ਹਨ। ਕੈਨੇਡਾ ਦੇ ਕਈ ਹਿੱਸਿਆਂ ਵਿੱਚ ਇਸ ਸਮੇਂ ਬੇਹੱਦ ਠੰਡ ਪੈ ਰਹੀ ਹੈ। ਹੁਣ ਹਰ ਜਗ੍ਹਾ ਸਨੋ ਹੀ ਦਿਖਾਈ ਦੇ ਰਹੀ ਹੈ। ਇਸ ਸਨੋ ਦੇ ਕਾਰਨ ਵੱਡੀ ਗਿਣਤੀ ਦੇ ਵਿੱਚ ਲੋਕ ਪਰੇਸ਼ਾਨ ਹੋਏ। ਕੁਝ ਲੋਕ ਸੜਕਾਂ ਤੇ ਫਸ ਗਏ ਤੇ ਕਈਆਂ ਦੇ ਘਰਾਂ ਦੀ ਬਿਜਲੀ ਗੁੱਲ ਹੋ ਗਈ। ਇਸ ਸਭ ਦੇ ਦੌਰਾਨ ਖਬਰ ਸਾਹਮਣੇ ਆ ਰਹੀ ਹੈ ਕਿ ਊਬਰ ਰਾਈਡ ਦੇ ਵੀ ਅਚਾਨਕ ਭਾਅ ਵੱਧ ਗਏ, ਜਿਸ ਤੋਂ ਬਾਅਦ ਹੁਣ ਗ੍ਰਾਹਕਾਂ ਵੱਲੋਂ ਸਵਾਲ ਪੁੱਛੇ ਜਾ ਰਹੇ ਨੇ। ਇਸ ਸਭ ਬਾਰੇ ਪੈਸੇਂਜਰ ਟਰਾਂਸਪੋਰਟੇਸ਼ਨ ਬੋਰਡ ਤੋਂ ਜੋ ਜਾਣਕਾਰੀ ਮਿਲੀ ਹੈ, ਉਹਨਾਂ ਦਾ ਕਹਿਣਾ ਹੈ ਕਿ ਊਬਰ ਅਤੇ ਲਿਫਟ ਵਰਗੀਆਂ ਸੇਵਾਵਾਂ ਵਾਸਤੇ ਕੀਮਤਾਂ ਦੀ ਵਾਧਾ ਵਪਾਰਕ ਮੰਡਲ ਦਾ ਹਿੱਸਾ ਹੈ, ਜਦੋਂ ਕਿ ਟੈਕਸੀਆਂ ਮੀਟਰ ਦੀ ਕੀਮਤ ਤੋਂ ਵੱਧ ਨਹੀਂ ਲੈ ਸਕਣਗੀਆਂ। ਉਹ ਨਿਯਮਾਂ ਦੇ ਇੱਕ ਵੱਖਰੇ ਸਮੂਹ ਦੇ ਅਧੀਨ ਕੰਮ ਕਰਦੀਆਂ ਨੇ। ਉਨ੍ਹਾਂ ਕਿਹਾ ਕਿ ਰਾਈਡ ਸ਼ੇਅਰਿੰਗ ਐਪਸ ਸਮੇਂ ਤੋਂ ਪਹਿਲਾਂ ਰਾਈਡ ਦੀ ਕੀਮਤ ਦਾ ਹਵਾਲਾ ਦਿੰਦੇ ਹਨ ਅਤੇ ਗ੍ਰਾਹਕ ਉਸ ਅਨੁਸਾਰ ਸੇਵਾ ਦੀ ਵਰਤੋਂ ਕਰਨ ਦਾ ਫੈਸਲਾ ਕਰਦੇ ਨੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਗ੍ਰਾਹਕ ਰਾਈਡ ਨੂੰ ਸਵੀਕਾਰ ਕਰਨ ਤੋਂ ਪਹਿਲਾਂ ਇਹ ਫੈਸਲਾ ਕਰ ਸਕਦੇ ਨੇ ਕਿ ਕੀਮਤ ਸਹੀ ਹੈ ਜਾਂ ਫਿਰ ਨਹੀਂ। ਹੁਣ ਜਦੋਂ ਇਹ ਕੀਮਤਾਂ ਵਧੀਆਂ, ਇਸ ਤੋਂ ਬਾਅਦ ਕੁਝ ਗ੍ਰਾਹਕ ਵੀ ਆਪਣਾ ਪੱਖ ਰੱਖਦੇ ਹੋਏ ਦਿਖਾਈ ਦੇ ਰਹੇ ਨੇ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਸ਼ੁਰੂਆਤ ਵਿੱਚ $86 ਕੀਮਤ ਦਿਖਾਈ ਜਾ ਰਹੀ ਸੀ, ਪਰ ਬਾਅਦ ਦੇ ਵਿੱਚ ਕੀਮਤਾਂ ਅੰਦਰ ਵਾਧੇ ਦੇ ਨਾਲ ਰਾਈਡ ਦੀ ਕੀਮਤ $196 ਹੋ ਗਈ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਨਾਲ ਵੈਨਕੂਵਰ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬ੍ਰਿਟਿਸ਼ ਕੋਲੰਬੀਆ ਦੇ ਲੋਅਰ ਮੇਨਲੈਂਡ ਦੇ ਵਿੱਚ ਹਜ਼ਾਰਾਂ ਯਾਤਰੀ ਆਪਣੇ ਕਾਰਾਂ ਦੇ ਵਿੱਚ ਘੰਟਿਆਂ ਤੱਕ ਟ੍ਰੈਫਿਕ ਅੰਦਰ ਫਸੇ ਰਹੇ। ਟੋਰਾਂਟੋ ਦੇ ਇੱਕ ਹਿੱਸੇ ਦੇ ਵਿੱਚ ਗੋਲੀਆਂ ਚੱਲਣ ਦੀ ਖਬਰ ਸਾਹਮਣੇ ਆਈ ਹੈ, ਜਿੱਥੇ ਇੱਕ ਵਿਅਕਤੀ ਨੂੰ ਗੋਲੀ ਲੱਗੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਹਨਾਂ ਵੱਲੋਂ ਪੀੜਤ ਦੀ ਪਹਿਚਾਣ ਜਨਤਕ ਨਹੀਂ ਕੀਤੀ ਗਈ। ਸਸਪੈਕਟ ਨੂੰ ਲੱਭਿਆ ਜਾ ਰਿਹਾ ਹੈ। ਟੋਰਾਂਟੋ ਦੇ ਵੈਸਟ ਐਂਡ ਦੇ ਵਿੱਚ ਗੋਲੀਆਂ ਚੱਲੀਆਂ, ਜਿੱਥੇ ਇੱਕ ਵਿਅਕਤੀ ਦੀ ਹਾਲਤ ਇਸ ਸਮੇਂ ਕਾਫੀ ਗੰਭੀਰ ਬਣੀ ਹੋਈ ਹੈ। ਟੋਰਾਂਟੋ ਪੁਲਿਸ ਦੇ ਦੱਸਣ ਮੁਤਾਬਕ ਇਹ ਮਾਮਲਾ 8:45 ਦੇ ਕਰੀਬ ਸ਼ਾਮ ਵੇਲੇ ਕਿੰਗ ਸਟਰੀਟ ਵੈਸਟ ਅਤੇ ਸ਼ਾਅ ਸਟਰੀਟ ਦੇ ਨੇੜਿਓਂ ਸਾਹਮਣੇ ਆਇਆ। ਆਫੀਸਰਸ ਜਦੋਂ ਮੌਕੇ ਵਾਲੀ ਥਾਂ ਦੇ ਉੱਪਰ ਪਹੁੰਚੇ ਤਾਂ ਉਹਨਾਂ ਨੂੰ ਇੱਥੇ ਪੀੜਤ ਨਹੀਂ ਮਿਲਿਆ। ਇਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੂੰ ਜਾਣਕਾਰੀ ਮਿਲੀ ਕਿ ਜੋ ਗੋਲੀਬਾਰੀ ਦੇ ਮਾਮਲੇ ਵਿੱਚ ਵਿਅਕਤੀ ਜ਼ਖਮੀ ਹੋਇਆ, ਉਹ ਹਸਪਤਾਲ ਦੇ ਵਿੱਚ ਖੁਦ ਚਲਾ ਗਿਆ। ਹੁਣ ਤੱਕ ਇਸ ਮਾਮਲੇ ਸੰਬੰਧੀ ਜੋ ਜਾਣਕਾਰੀ ਦਿੱਤੀ ਗਈ ਹੈ, ਉਸ ਦੇ ਵਿੱਚ ਸਪਸ਼ਟ ਨਹੀਂ ਕੀਤਾ ਗਿਆ ਕਿ ਸਸਪੈਕਟ ਵੱਲੋਂ ਕਿਸ ਕਾਰਨ ਗੋਲੀਆਂ ਚਲਾਈਆਂ ਗਈਆਂ ਤੇ ਘਟਨਾ ਨਾਲ ਜੁੜਿਆ ਹੋਇਆ ਸਸਪੈਕਟ ਕੌਣ ਹੈ। ਪੁਲਿਸ ਅਧਿਕਾਰੀਆਂ ਵੱਲੋਂ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਇਸ ਘਟਨਾ ਦੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹਨਾਂ ਨਾਲ ਜ਼ਰੂਰ ਸੰਪਰਕ ਕਰਨ ਤਾਂ ਕਿ ਇਸ ਮਾਮਲੇ ਨੂੰ ਉਹ ਸੁਲਝਾ ਸਕਣ। ਹੁਣ ਤੱਕ ਦੀ ਜਾਣਕਾਰੀ ਦੇ ਵਿੱਚ ਅਜੇ ਪੀੜਤ ਵਿਅਕਤੀ ਦੀ ਵੀ ਪਹਿਚਾਣ ਨਹੀਂ ਦੱਸੀ ਗਈ। ਸਿਰਫ ਇਹੀ ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਹਾਲਤ ਦੇ ਵਿੱਚ ਉਸ ਦਾ ਹਸਪਤਾਲ ਅੰਦਰ ਇਲਾਜ ਚੱਲ ਰਿਹਾ ਹੈ।
ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ, ਜਿਸ ਤੋਂ ਬਾਅਦ ਅਗਲੀ ਅਪਡੇਟ ਜਾਰੀ ਕੀਤੀ ਜਾਵੇਗੀ। ਖਰਾਬ ਮੌਸਮ ਦੇ ਕਾਰਨ ਜੀਟੀਏ ਵਿੱਚ ਕਈ ਹਾਦਸੇ ਵਾਪਰੇ ਨੇ। ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਦੀ ਜਾਨ ਚਲੀ ਗਈ। ਪੁਲਿਸ ਅਧਿਕਾਰੀ ਲਗਾਤਾਰ ਹਾਲਾਤਾਂ ਦੇ ਬਾਰੇ ਡਿਟੇਲ ਸਾਂਝੀ ਕਰ ਰਹੇ ਨੇ। ਜੀਟੀਏ ਵਿੱਚ ਕਾਫੀ ਸਨੋ ਪੈ ਗਈ, ਜਿਸ ਕਾਰਨ ਹਾਦਸੇ ਵਾਪਰੇ ਤੇ ਇੱਕ ਵਿਅਕਤੀ ਦੀ ਜਾਨ ਚਲੀ ਗਈ। ਪੁਲਿਸ ਅਧਿਕਾਰੀਆਂ ਵੱਲੋਂ ਇਸ ਘਟਨਾ ਦੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਇਹ ਮਾਮਲਾ 11:45 ਦੇ ਕਰੀਬ ਹਾਈਵੇ 427 ਦੇ ਨੇੜਿਓਂ ਸਾਹਮਣੇ ਆਇਆ। ਇਸ ਬਾਰੇ ਟੋਰਾਂਟੋ ਪੈਰਾਮੈਡਿਕ ਸਰਵਿਸਿਜ਼ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਇੱਕ ਵਿਅਕਤੀ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ। ਇਸ ਤੋਂ ਇਲਾਵਾ 3 ਹੋਰ ਜਾਣਿਆਂ ਨੂੰ ਲੋਕਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ, ਪਰ ਉਹਨਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਓਨਟਾਰੀਓ ਪੁਲਿਸ ਵੱਲੋਂ ਪੁਸ਼ਟੀ ਕੀਤੀ ਗਈ ਕਿ ਮਿਸੀਸਾਗਾ ਦੇ ਨਾਲ ਜੁੜੇ ਹੋਏ 32 ਸਾਲ ਦੇ ਡਰਾਈਵਰ ਦੀ ਮੌਤ ਹੋ ਗਈ, ਪਰ ਉਸ ਦਾ ਨਾਮ ਅਜੇ ਜਨਤਕ ਨਹੀਂ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਨਵਾਇਰਨਮੈਂਟ ਕੈਨੇਡਾ ਵੱਲੋਂ ਸਨੋ ਅਤੇ ਤੇਜ਼ ਹਵਾਵਾਂ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸ ਸਭ ਦੇ ਦੌਰਾਨ ਉਨ੍ਹਾਂ ਵੱਲੋਂ ਵਿੰਟਰ ਵੈਦਰ ਟਰੈਵਲ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ। ਜੀਟੀਏ ਵਿੱਚ ਹੁਣ ਤੱਕ ਕੁਝ ਹਾਦਸੇ ਵਾਪਰੇ ਨੇ, ਜਿਸ ਬਾਰੇ ਪੁਲਿਸ ਅਧਿਕਾਰੀਆਂ ਵੱਲੋਂ ਡਿਟੇਲ ਸਾਂਝੀ ਕੀਤੀ ਗਈ ਹੈ। ਉਨ੍ਹਾਂ ਵੱਲੋਂ ਇਸ ਬਾਰੇ ਕੀ ਅਪਡੇਟ ਸਾਂਝੀ ਕੀਤੀ ਗਈ, ਆਓ ਤੁਹਾਨੂੰ ਸੁਣਾਉਂਦੇ ਹਾਂ। There are multiple areas right now with traffic issues across the GTA. With that wind and some flurries overnight, we currently have closures on Highway 427 southbound approaching the QEW Gardiner. There was a transport truck overnight that was broken down, blocking part of a lane. 3 other vehicles approached, tried to avoid it, ended up losing control. One person has been pronounced deceased at that scene. We have another problem, 401 westbound, just past Dixie in Mississauga. Another car into the back of a transport truck. That person has been transported to hospital with critical injuries. We've got multiple crashes, Highway 401 westbound in the area of Huron, Ontario. Watch that area in the express. Again, slippery conditions due to that dusting of snow and the heavy winds that were coming across. We've also got a couple lanes blocked, 401 near Mill Street out in the east end due to an organic oil spill from a transport truck. Again, with that wind and the weather, make sure you clear your vehicle before you head out. Be aware of changing traffic conditions and patterns because of closures and collisions that are happening really across the area right now. Traffic is just building as we speak. Please be careful out there. Drive safe and be aware of these closures and restrictions. ਕਈ ਲੋਕਾਂ ਨੂੰ ਐਕਸਪਾਇਰਡ ਕੋਵਿਡ-19 ਵੈਕਸੀਨ ਦੇ ਟੀਕੇ ਲਗਾ ਦਿੱਤੇ ਗਏ। ਇਹ ਮਾਮਲਾ ਸਸਕੈਚੁਆਨ ਸੂਬੇ ਨਾਲ ਜੁੜਿਆ ਹੋਇਆ ਹੈ, ਜਿੱਥੇ 12 ਤੋਂ ਵੱਧ ਵਿਅਕਤੀਆਂ ਨੂੰ ਮਿਆਦ ਲੰਘੀ ਵਾਲੇ ਟੀਕੇ ਲਗਾਏ ਗਏ। ਜਿਨ੍ਹਾਂ ਨੂੰ ਇਹ ਵੈਕਸੀਨ ਲੱਗੀ ਹੈ, ਉਹਨਾਂ ਵੱਲੋਂ ਆਪਣੇ ਵਿਚਾਰ ਵੀ ਸਾਂਝੇ ਕੀਤੇ ਗਏ। ਦੱਸ ਦਈਏ ਕਿ ਇਹ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਮਾਮਲੇ ਦੀ ਜਾਂਚ ਜਾਰੀ ਹੈ। ਗੱਲ ਕਹੀ ਗਈ। ਦਰਅਸਲ ਸਸਕੈਚੁਆਨ ਦੇ ਰਜਾਈਨਾ ਸ਼ਹਿਰ ਦੇ ਵਿੱਚ ਕੁਝ ਲੋਕਾਂ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੂੰ ਮਿਆਦ ਲੰਘੀ ਵਾਲੀਆਂ ਕੋਵਿਡ-19 ਵੈਕਸੀਨ ਡੋਜ਼ਸ ਲਗਾਈਆਂ ਗਈਆਂ। ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਵੈਕਸੀਨ ਇਸ ਕਾਰਨ ਹਾਸਲ ਕਰਦੇ ਹਾਂ ਤਾਂ ਕਿ ਆਪਣੀ ਅਤੇ ਪਰਿਵਾਰ ਦੀ ਸੁਰੱਖਿਆ ਕਰ ਸਕੀਏ, ਪਰ ਉਹਨਾਂ ਨੂੰ ਤਾਂ ਐਕਸਪਾਇਰਡ ਟੀਕੇ ਹੀ ਲਗਾ ਦਿੱਤੇ ਗਏ। ਸਸਕੈਚੁਆਨ ਦੇ ਸਿਹਤ ਮੰਤਰਾਲੇ ਮੁਤਾਬਕ ਫਾਰਮੇਸੀਆਂ ਨੂੰ ਮਿਆਦ ਲੰਘ ਚੁੱਕੇ ਵੈਕਸੀਨ ਨੂੰ ਬਾਹਰ ਕੱਢਣਾ ਚਾਹੀਦਾ ਹੈ। ਸਟੋਰ ਨੇ ਮੁਆਫੀ ਮੰਗੀ ਤੇ ਉਹਨਾਂ ਨੇ ਕਿਹਾ ਕਿ ਇਸ ਦੀ ਅੰਦਰੂਨੀ ਜਾਂਚ ਹੋ ਰਹੀ ਹੈ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਇਸ ਦੇ ਨਾਲ ਕੋਈ ਨੁਕਸਾਨ ਤਾਂ ਨਹੀਂ ਤੇ ਭਵਿੱਖ ਵਿੱਚ ਇਹ ਸਭ ਰੋਕਿਆ ਵੀ ਜਾ ਸਕਦਾ ਹੈ। ਸਟੋਰ ਦੀ ਪਬਲਿਕ ਅਫੇਅਰ ਲੀਡ ਦਾ ਕਹਿਣਾ ਹੈ ਕਿ ਸਾਨੂੰ ਦਿਲੋਂ ਅਫਸੋਸ ਹੈ ਕਿ ਇਹ ਅਜਿਹਾ ਹੋਇਆ। ਅਸੀਂ ਅਸੁਵਿਧਾ ਵਾਸਤੇ ਮਰੀਜ਼ਾਂ ਤੋਂ ਮੁਆਫੀ ਮੰਗਦੇ ਹਾਂ। ਦੱਸੀਏ ਕਿ ਸਸਕੈਚੁਆਨ ਕਾਲਜ ਆਫ ਫਾਰਮੇਸੀ ਪ੍ਰੋਫੈਸ਼ਨਲਸ ਦਾ ਕਹਿਣਾ ਹੈ ਕਿ ਇਹ ਫਾਰਮਾਸਿਸਟਾਂ ਬਾਰੇ ਜਨਤਾ ਤੋਂ ਪ੍ਰਾਪਤ ਹੋਣ ਵਾਲੀ ਹਰ ਸ਼ਿਕਾਇਤ ਦੀ ਜਾਂਚ ਕਰਨ ਵਾਸਤੇ ਲਾਜ਼ਮੀ ਹੈ, ਪਰ ਉਨ੍ਹਾਂ ਇਸ ਬਾਰੇ ਕੋਈ ਵੀ ਜਨਤਕ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। SHA ਅਤੇ ਵੈਕਸੀਨ ਨਿਰਮਾਤਾ ਮਿਲ ਕੇ ਇਹ ਪਤਾ ਲਗਾਉਣ ਵਾਸਤੇ ਕੰਮ ਕਰ ਰਹੇ ਨੇ ਕਿ ਮਿਆਦ ਲੰਘ ਚੁੱਕੇ ਟੀਕੇ ਅਜੇ ਵੀ ਅਸਰਦਾਰ ਹਨ। ਸਸਕੈਚੁਆਨ ਸਿਹਤ ਮੰਤਰਾਲੇ ਮੁਤਾਬਕ ਜਿਨ੍ਹਾਂ ਦੀ ਮਿਆਦ ਲੰਘ ਚੁੱਕੀ ਹੈ ਉਹ ਵੈਕਸੀਨ ਨੁਕਸਾਨਦੇਹ ਨਹੀਂ ਨੇ, ਪਰ ਆਪਣਾ ਅਸਰ ਜ਼ਰੂਰ ਗਵਾ ਸਕਦੀਆਂ ਨੇ। ਮੰਤਰਾਲੇ ਮੁਤਾਬਕ ਮੌਜੂਦਾ ਸਮੇਂ ਪੂਰੇ ਸੂਬੇ ਵਿੱਚ ਫਾਰਮੇਸੀਆਂ ਅਤੇ ਕਲੀਨਿਕਾਂ ਵਿੱਚ ਮਿਆਦ ਲੰਘ ਚੁੱਕੀ ਵੈਕਸੀਨ ਦੀਆਂ ਲਗਭਗ 1600 ਡੋਜ਼ਸ ਨੇ। ਹੁਣ ਇਹਨਾਂ ਨਮੂਨਿਆਂ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਦੱਸਿਆ ਜਾਵੇਗਾ ਕਿ ਇਹ ਟੀਕੇ ਅਜੇ ਵੀ ਅਸਰਦਾਰ ਹਨ ਜਾਂ ਫਿਰ ਨਹੀਂ। ਜਗਮੀਤ ਸਿੰਘ ਨੇ ਟਰੂਡੋ ਸਰਕਾਰ ਨੂੰ ਘੇਰਿਆ ਤੇ ਉਹਨਾਂ ਵੱਲੋਂ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਗਏ ਨੇ। ਜਗਮੀਤ ਸਿੰਘ ਨੇ ਵਰਕਰਾਂ ਦੇ ਹੱਕ ਦੀ ਗੱਲ ਕੀਤੀ ਤੇ ਟਰੂਡੋ ਸਰਕਾਰ ਦੇ ਖਿਲਾਫ ਬੋਲਦੇ ਹੋਏ ਦਿਖਾਈ ਦਿੱਤੇ। ਜਗਮੀਤ ਸਿੰਘ ਵੱਲੋਂ ਟਰੂਡੋ ਸਰਕਾਰ ਦੇ ਉੱਪਰ ਨਿਸ਼ਾਨੇ ਸਾਧੇ ਗਏ ਤੇ ਟਰੂਡੋ ਸਰਕਾਰ ਨੂੰ ਉਹਨਾਂ ਦੀ ਜ਼ਿੰਮੇਵਾਰੀ ਵੀ ਯਾਦ ਕਰਵਾਈ ਗਈ ਹੈ।
ਜੀ ਹਾਂ, ਐਨਟੀਪੀ ਲੀਡਰ ਜਗਮੀਤ ਸਿੰਘ ਨੇ ਖੁਦ ਦੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਸਾਂਝੀ ਕੀਤੀ ਜਿੱਥੇ ਵਰਕਰਾਂ ਦੇ ਹੱਕ ਦੀ ਗੱਲ ਕਰਦੇ ਹੋਏ ਜਗਮੀਤ ਸਿੰਘ ਦਿਖਾਈ ਦਿੱਤੇ ਤੇ ਨਾਲ ਹੀ ਉਹਨਾਂ ਨੇ ਟਰੂਡੋ ਸਰਕਾਰ ਦੇ ਉੱਪਰ ਵੀ ਨਿਸ਼ਾਨਾ ਸਾਧਿਆ ਹੈ। ਉਹ ਕਹਿੰਦੇ ਨੇ ਕਿ ਵਰਕਰਸ ਇਸ ਸਮੇਂ ਕਾਫੀ ਕੁਝ ਸਹਿਣ ਕਰ ਰਹੇ ਨੇ। ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਸੀਈਓਜ਼ ਤੇ ਕਾਰਪੋਰੇਟ ਹਨ ਉਹਨਾਂ ਵੱਲੋਂ ਕਾਫੀ ਮੁਨਾਫਾ ਕਮਾਇਆ ਜਾ ਰਿਹਾ ਹੈ। ਜਗਮੀਤ ਸਿੰਘ ਵੱਲੋਂ ਇਸ ਮੁੱਦੇ ਦੇ ਬਾਰੇ ਹੋਰ ਕੀ ਕੁਝ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੀ ਹੀ ਜ਼ੁਬਾਨੀ। When a company goes bankrupt in this country, financiers are sure they're going to get paid. Big banks get paid. But you know who doesn't? Workers. Because they see their wages, their severance, their benefit, and their pensions stolen. And the reason that is because the laws of this land protect the super wealthy and hurt workers. Despite years and years of an opportunity to fix this, this Liberal government has refused to do so. So my question is very direct and very simple. When will this Prime Minister change the laws in this country so that if a bankruptcy happens, workers are protected? MNAs ਨੂੰ ਅਸੈਂਬਲੀ ਦੇ ਵਿੱਚ ਐਂਟਰੀ ਨਹੀਂ ਕਰਨ ਦਿੱਤੀ ਗਈ। ਦਰਅਸਲ ਇਹ ਜਾਣਕਾਰੀ ਕਿਊਬਿਕ ਸੂਬੇ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿੰਗ ਚਾਰਲਸ ਦੇ ਪ੍ਰਤੀ ਸਹੁੰ ਨਾ ਚੱਕਣ ਦੇ ਉੱਪਰ MNAs ਨੂੰ ਰੋਕਿਆ ਗਿਆ। ਕਿੰਗ ਚਾਰਲਸ ਪ੍ਰਤੀ ਵਫਾਦਾਰੀ ਦੀ ਸਹੁੰ ਚੁੱਕਣ ਤੋਂ ਇਨਕਾਰ ਕਰਦਿਆਂ ਅਸੈਂਬਲੀ ਦੇ ਵਿੱਚ ਕਈਆਂ ਨੂੰ ਦਾਖਲ ਹੋਣ ਤੋਂ ਰੋਕਿਆ ਗਿਆ। ਜੀ ਹਾਂ, ਕਿੰਗ ਚਾਰਲਸ ਪ੍ਰਤੀ ਵਫਾਦਾਰੀ ਦੀ ਸਹੁੰ ਨਾ ਚੁੱਕਣ ਵਾਲੇ ਪਾਰਟੀ ਕਿਊਬਿਕਾ ਦੇ 3 MNAs ਨੂੰ ਕਿਊਬਿਕ ਅਸੈਂਬਲੀ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ। 8 ਸਤੰਬਰ ਨੂੰ ਮਹਾਰਾਣੀ ਐਲਿਜ਼ਾਬੈਥ ਦੇ ਦੇਹਾਂਤ ਤੋਂ ਬਾਅਦ ਉਹਨਾਂ ਦੇ ਬੇਟੇ ਕਿੰਗ ਚਾਰਲਸ UK ਦੇ ਰਾਜਾ ਅਤੇ 11 ਹੋਰ ਦੇਸ਼ਾਂ ਦੇ ਰਾਜਮੁਖੀ ਬਣ ਗਏ। ਇਹਨਾਂ ਵਿੱਚ ਕੈਨੇਡਾ ਦਾ ਵੀ ਨਾਮ ਸ਼ਾਮਿਲ ਹੈ। ਕਿਊਬਿਕ ਦੀ ਨੈਸ਼ਨਲ ਅਸੈਂਬਲੀ ਦੇ ਸਪੀਕਰ ਨੇ ਫੈਸਲਾ ਸੁਣਾਇਆ ਸੀ ਕਿ ਸਾਰੇ ਚੁਣੇ ਹੋਏ ਨੁਮਾਇੰਦਿਆਂ ਨੂੰ ਨਾ ਸਿਰਫ ਕਿਊਬਿਕ ਦੇ ਲੋਕਾਂ ਸਗੋਂ ਕਿੰਗ ਚਾਰਲਸ ਪ੍ਰਤੀ ਵੀ ਵਫਾਦਾਰੀ ਦੀ ਸਹੁੰ ਚੁੱਕਣ ਦੀ ਜ਼ਰੂਰਤ ਹੋਵੇਗੀ। ਪਾਰਟੀ ਕਿਊਬਿਕਾ ਦੇ MNAs ਨੇ ਕਿਊਬਿਕ ਦੇ ਪ੍ਰਤੀ ਵਫਾਦਾਰੀ ਦੀ ਸਹੁੰ ਤਾਂ ਚੁੱਕੀ ਪਰ ਕਿੰਗ ਚਾਰਲਸ ਪ੍ਰਤੀ ਵਫਾਦਾਰੀ ਦੀ ਸਹੁੰ ਨਹੀਂ ਚੁੱਕੀ। ਸਪੀਕਰ ਨੇ ਆਪਣੇ ਫੈਸਲੇ ਵਿੱਚ ਲਿਖਿਆ ਕਿ ਮੌਜੂਦਾ ਕਾਨੂੰਨ ਤਹਿਤ ਇਹ ਸਹੁੰ ਚੁੱਕਣਾ ਆਪਸ਼ਨਲ ਭਾਵ ਕਿ ਵਿਕਲਪ ਹੈ। ਉਨ੍ਹਾਂ ਕਿਹਾ ਸੀ ਕਿ ਜਿਹੜਾ ਚੁਣਿਆ ਹੋਇਆ ਮੈਂਬਰ ਸਹੁੰ ਨਹੀਂ ਚੁੱਕਦਾ ਉਸ ਨੂੰ ਅਸੈਂਬਲੀ ਤੋਂ ਬਾਹਰ ਕੱਢ ਦਿੱਤਾ ਜਾਵੇਗਾ। ਦੱਸ ਦਈਏ ਕਿ 3 ਅਕਤੂਬਰ ਨੂੰ ਕਿਊਬਿਕ ਦੇ ਵਿੱਚ ਸੂਬਾਈ ਚੋਣਾਂ ਤੋਂ ਬਾਅਦ ਪਾਰਟੀ ਕਿਊਬਿਕਾ ਲੀਡਰ ਸੇਂਟ ਪੀਅਰ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੇ ਹੋਰ MNAs ਕਿੰਗ ਚਾਰਲਸ ਪ੍ਰਤੀ ਵਫਾਦਾਰੀ ਦੀ ਸਹੁੰ ਨਹੀਂ ਚੁੱਕਣਗੇ। ਇਸ ਤੋਂ ਬਾਅਦ ਕਿਊਬਿਕ ਸੋਲੀਡੇਅਰ ਦੇ 11 ਚੁਣੇ ਹੋਏ ਨੁਮਾਇੰਦਿਆਂ ਨੇ ਵੀ ਰਾਜੇ ਪ੍ਰਤੀ ਵਫਾਦਾਰੀ ਦੀ ਸਹੁੰ ਚੁੱਕਣ ਤੋਂ ਇਨਕਾਰ ਕਰ ਦਿੱਤਾ। ਵੀਰਵਾਰ ਨੂੰ ਜਦੋਂ MNAs ਪਹੁੰਚੇ ਤਾਂ ਫਿਰ ਕਾਂਸਟੇਬਲ ਨੇ ਰੋਕ ਲਿਆ ਤੇ ਦੱਸਿਆ ਕਿ ਅੰਦਰ ਨਹੀਂ ਜਾ ਸਕਦੇ। ਹਾਊਸਿੰਗ ਬਿੱਲ ਦੇ ਬਾਰੇ ਓਨਟਾਰੀਓ ਦੇ ਪ੍ਰੀਮੀਅਰ ਡਗਫੋਰਡ ਬੋਲਦੇ ਹੋਏ ਦਿਖਾਈ ਦਿੱਤੇ। ਉਹਨਾਂ ਵੱਲੋਂ ਇਸ ਬਾਰੇ ਆਪਣੇ ਖਾਸ ਵਿਚਾਰ ਸਾਂਝੇ ਕੀਤੇ ਗਏ। ਕੀ ਕਹਿਣਾ ਹੈ ਉਹਨਾਂ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। ਓਨਟਾਰੀਓ ਦੇ ਪ੍ਰੀਮੀਅਰ ਡਗਫੋਰਡ ਵੱਲੋਂ ਮਿਊਨਿਸਪੈਲਿਟੀਜ਼ ਦੇ ਬਾਰੇ ਖਾਸ ਗੱਲ ਕੀਤੀ ਗਈ ਹੈ। ਇਸ ਦੌਰਾਨ ਉਨ੍ਹਾਂ ਵੱਲੋਂ ਹਾਊਸਿੰਗ ਬਿੱਲ ਦਾ ਵੀ ਜ਼ਿਕਰ ਕੀਤਾ ਗਿਆ ਜੋ ਕਿ ਸਰਕਾਰ ਵੱਲੋਂ ਇਸ ਹਫ਼ਤੇ ਪਾਸ ਕੀਤਾ ਗਿਆ ਹੈ। ਇਸ ਬਿੱਲ ਦੇ ਵਿੱਚ ਕੀ ਕੁਝ ਖਾਸ ਹੈ ਤੇ ਪ੍ਰੀਮੀਅਰ ਡਗਫੋਰਡ ਇਸ ਬਾਰੇ ਕੀ ਕਹਿ ਰਹੇ ਨੇ, ਆਓ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੀ ਹੀ ਜ਼ੁਬਾਨੀ। We have a housing crisis. That land is going to build at minimum 50,000 homes. A lot of them are going to be attainable and affordable homes for new Canadians coming and young people. And we're going to continue making sure that we fill the gap, as we call it, and stop the housing crisis. And it really comes down to supply and demand. So we look forward to continuing building homes for people. Yeah, I can confirm that. But again, we had very strict criterias. That has to be close to an existing development. And we're just happy that we're going to hold these people accountable to start building attainable and affordable homes for the next generation. Folks, we have over 300,000 people that are showing up to Ontario and the Greater Toronto Area every single year. In 3 years, it's going to be close to 1 million people. In 10 years, it's going to be 3 million. And we have to still fill the gap with the existing backlog that we have of people not being able to afford a home for their families. And everyone wants their little white picket fence and the key to put their door to open up and call it their own. And that's our goal. We're going to work collaboratively with all 3 levels of government and make sure that people have attainable and affordable homes. ਓਨਟਾਰੀਓ ਵਿੱਚ 9.4 ਮਿਲੀਅਨ ਡਾਲਰ ਦਾ ਐਲਾਨ ਕੀਤਾ ਗਿਆ। ਖਾਸ ਫੰਡਿੰਗ ਦੇ ਬਾਰੇ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ। ਇਹ ਫੰਡਿੰਗ ਕਿਉਂ ਜਾਰੀ ਕੀਤੀ ਗਈ ਹੈ ਤੇ ਕਿਸ ਵਾਸਤੇ, ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਓਨਟਾਰੀਓ ਵੱਲੋਂ ਕ੍ਰਿਟੀਕਲ ਕੇਅਰ ਨਰਸਿੰਗ ਪ੍ਰੋਗਰਾਮ ਵਾਸਤੇ ਖਾਸ ਐਲਾਨ ਕੀਤਾ ਗਿਆ
ਜਿੱਥੇ ਓਨਟਾਰੀਓ ਸਰਕਾਰ ਨੇ $9.4 ਮਿਲੀਅਨ ਦਾ ਐਲਾਨ ਕੀਤਾ ਹੈ। ਇਸ ਮੌਕੇ ਤੇ ਕੀ ਜਾਣਕਾਰੀ ਸਾਂਝੀ ਕੀਤੀ ਗਈ ਹੈ, ਆਓ ਤੁਹਾਨੂੰ ਦੱਸਦੇ ਹਾਂ। Every healthcare worker practicing in Ontario, we know it hasn't been easy. The pressures our healthcare system are facing have been decades in the making and have been exacerbated by a global pandemic. This is not just happening here in Ontario. Other jurisdictions from around the world are facing staffing shortages. To add to this year's triple threat of influenza, RSV, and COVID-19 has placed extra demands on the healthcare system across the country. We continue to encourage all Ontarians to stay up to date with their vaccines, including getting your bivalent booster dose and your flu shot. We are also extending the very successful free rapid antigen test program in grocery stores and pharmacies across the province until June 30th, 2023. I also want to thank our grocery and pharmacy partners for stepping up to help us deliver this program for another winter season. In light of all of these pressures, the government remains focused on ensuring we are not only having enough healthcare workers to deal with the demands of today, but also preparing for the future. It is why we have invested in publicly funded healthcare at record levels. We have ramped up our strategies to bolster Ontario's health workforce by providing increased funding to recruit, retain, and train nurses and other healthcare staff. I'm pleased to announce that we are investing more than $9.4 million to support accelerated critical care nursing at Centennial College, Conestoga College, George Brown College, Laurentian University, Mohawk College, and St. Lawrence College. This funding will help register nurses who want to work in critical care upskill in areas like respiratory, palliative, and cardiac care. The government will also be paying for the tuition of these students, along with all college and hospital costs, including any associated costs related to backfilling their current position to ensure continuity of care. ਕਿਊਬਿਕ ਦੇ ਵਿੱਚ ਇਸ ਸਮੇਂ ਜੋ ਸਿਹਤ ਦੇ ਹਾਲਾਤ ਹਨ ਉਸ ਦੇ ਬਾਰੇ ਲਗਾਤਾਰ ਚਰਚਾ ਹੋ ਰਹੀ ਹੈ। 1 ਲੱਖ ਤੋਂ ਵੱਧ ਬੱਚੇ ਸਕੂਲਾਂ ਤੋਂ ਗੈਰ ਹਾਜ਼ਰ ਨੇ ਤੇ 811 ਦੇ ਉੱਪਰ ਵੀ ਲਗਾਤਾਰ ਕਾਲਸ ਆ ਰਹੀਆਂ ਨੇ। ਸੂਬੇ ਤੋਂ ਇਸ ਬਾਰੇ ਕੀ ਹੈ ਪੂਰੀ ਡਿਟੇਲ ਤੁਹਾਨੂੰ ਦੱਸਾਂਗੇ ਇਸ ਖਬਰ ਦੇ ਵਿੱਚ। ਕਿਊਬਿਕ ਵਿੱਚ 1,20,000 ਬੱਚੇ ਸਕੂਲ ਤੋਂ ਗੈਰ ਹਾਜ਼ਰ। ਮੈਡੀਕਲ ਹੈਲਪਲਾਈਨ 811 ਉੱਤੇ ਆ ਰਹੇ ਨੇ ਇੱਕ ਦਿਨ ਵਿੱਚ 10,000 ਫੋਨ ਕਾਲ। ਕਿਊਬਿਕ ਦੇ ਸਿਹਤ ਮੰਤਰੀ ਕ੍ਰਿਸਚੀਅਨ ਡੂਬੇ ਨੇ ਵੀਰਵਾਰ ਨੂੰ ਚੇਤਾਵਨੀ ਦਿੱਤੀ ਕਿ ਕਿਊਬਿਕ ਦੀ ਸਿਹਤ ਸੰਭਾਲ ਪ੍ਰਣਾਲੀ ਦੀ ਕੰਡੀਸ਼ਨ ਆਉਣ ਵਾਲੇ ਹਫ਼ਤਿਆਂ ਵਿੱਚ ਵੀ ਮੁਸ਼ਕਿਲ ਬਣੀ ਰਹੇਗੀ। ਉਸਨੇ ਨਰਸਾਂ ਨੂੰ ਮੈਡੀਕਲ ਹੈਲਪਲਾਈਨ 811 ਫੋਨ ਲਾਈਨ ਉੱਤੇ ਆਉਣ ਅਤੇ ਮਦਦ ਕਰਨ ਲਈ ਬੁਲਾਇਆ, ਜਿਸ ਉੱਤੇ ਬੁੱਧਵਾਰ ਨੂੰ ਲਗਭਗ 10,000 ਕਾਲਾਂ ਆਈਆਂ ਸਨ। ਡੂਬੇ ਨੇ ਨੈਸ਼ਨਲ ਅਸੈਂਬਲੀ ਵਿੱਚ ਇੱਕ ਪ੍ਰੈਸ ਪ੍ਰੋਗਰਾਮ ਦੌਰਾਨ ਕਿਹਾ ਕਿ 811 ਹੈਲਪਲਾਈਨ ਬਹੁਤ ਵਧੀਆ ਢੰਗ ਨਾਲ ਕੰਮ ਕਰ ਰਹੀ ਹੈ, ਪਰ ਫੋਨ ਦਾ ਜਵਾਬ ਦੇਣ ਦੇ ਲਈ ਸਟਾਫ ਦੀ ਘਾਟ ਹੈ। ਉਹਨਾਂ ਕਿਹਾ ਕਿ ਮੈਂ ਉਹ ਸਾਰੀਆਂ ਨਰਸਾਂ ਨੂੰ ਸੱਦਾ ਦੇ ਰਿਹਾ ਹਾਂ ਜੋ ਕਿ ਸੇਵਾ ਮੁਕਤ ਹੋ ਚੁੱਕੀਆਂ ਨੇ ਜਾਂ ਫਿਰ ਪ੍ਰਾਈਵੇਟ ਏਜੰਸੀਆਂ ਵਿੱਚ ਕੰਮ ਕਰ ਰਹੀਆਂ ਨੇ। ਉਹਨਾਂ ਕਿਹਾ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਸਾਡੀ ਮਦਦ ਕਰਨ ਲਈ ਅਸੀਂ 5,000 ਨਰਸਾਂ ਨੂੰ ਰੱਖ ਸਕਦੇ ਹਾਂ। ਮੰਤਰੀ ਨੇ ਦੱਸਿਆ ਕਿ ਏਰੀਆ ਵਿੱਚ ਇਨਫਲੂਐਂਜ਼ਾ ਦੇ ਕੇਸਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਅਤੇ ਉਸਨੇ ਸਾਰੇ ਕਿਊਬਿਕਰਾਂ ਨੂੰ ਟੀਕਾ ਲਗਾਉਣ ਲਈ ਸੱਦਾ ਦਿੱਤਾ ਅਤੇ ਇਹ ਵੀ ਕਿਹਾ ਕਿ ਹੁਣ ਵੈਕਸੀਨ ਬਿਲਕੁਲ ਮੁਫਤ ਹੈ। ਉਹਨਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਉਹਨਾਂ ਵਿੱਚ ਫਲੂ ਵਰਗੇ ਲੱਛਣ ਨੇ ਤਾਂ ਉਹ ਆਪਣੇ ਬੱਚਿਆਂ ਨੂੰ ਘਰ ਵਿੱਚ ਹੀ ਰੱਖਣ। ਦੱਸ ਦਈਏ ਕਿ ਤਾਜ਼ਾ ਆંકੜਿਆਂ ਅਨੁਸਾਰ ਕਿਊਬਿਕ ਵਿੱਚ ਵਰਤਮਾਨ ਵਿੱਚ 1,20,000 ਬੱਚੇ ਸਕੂਲ ਤੋਂ ਗੈਰ ਹਾਜ਼ਰ ਨੇ। ਕੈਨੇਡਾ ਦੇ ਇੱਕ ਹਿੱਸੇ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ ਅੰਤਰਰਾਸ਼ਟਰੀ ਵਿਦਿਆਰਥੀ ਨਾਲ ਹਾਦਸਾ ਵਾਪਰਿਆ। ਪੁਲਿਸ ਅਧਿਕਾਰੀਆਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਕਾਰਵਾਈ ਕਰਦਿਆਂ ਉਹਨਾਂ ਵੱਲੋਂ ਇੱਕ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਇਸ ਬਾਰੇ ਹੋਰ ਕੀ ਹੈ ਡਿਟੇਲ ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਪਿਛਲੇ ਹਫ਼ਤੇ ਭਾਰਤੀ ਸਟੂਡੈਂਟ ਦੀ ਸਾਈਕਲ ਚਲਾਉਂਦੇ ਹੋਈ ਸੀ ਮੌਤ। ਪੁਲਿਸ ਨੇ 60 ਸਾਲਾ ਡਰਾਈਵਰ ਨੂੰ ਕੀਤਾ ਦਰਜ। ਟੋਰਾਂਟੋ ਪੁਲਿਸ ਨੇ ਪਿਛਲੇ ਹਫ਼ਤੇ ਇੱਕ ਭਾਰਤੀ ਸਾਈਕਲ ਸਵਾਰ ਦੀ ਮੌਤ ਦੇ ਮਾਮਲੇ 'ਚ 60 ਸਾਲਾ ਡਰਾਈਵਰ ਨੂੰ ਚਾਰਜ ਕੀਤਾ। ਸ਼ਾਮ 4:30 ਵਜੇ ਦੇ ਕਰੀਬ ਯੋਂਗ ਸਟਰੀਟ ਅਤੇ ਸੈਂਟ ਕਲੇਅਰ ਐਵਨਿਊ ਦੇ ਚੁਰਾਹੇ ਉੱਤੇ ਇੱਕ ਚਿੱਟੇ ਪਿਕਅਪ ਟਰੱਕ ਦੇ ਡਰਾਈਵਰ ਨੇ ਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ ਸੀ। ਪੁਲਿਸ ਨੇ ਵੀਰਵਾਰ ਨੂੰ ਇੱਕ ਨਿਊਜ਼ ਰਿਲੀਜ਼ ਵਿੱਚ ਕਿਹਾ ਕਿ ਡਰਾਈਵਰ ਉੱਤੇ ਲਾਪਰਵਾਹੀ ਨਾਲ ਗੱਡੀ ਚਲਾਉਣ ਮੌਤ ਦਾ ਕਾਰਨ
ਸੁਰੱਖਿਅਤ ਢੰਗ ਨਾਲ ਨਾ ਮੁੜਨ ਅਤੇ ਸਿਗਨਲ ਦੇ ਉਲਟ ਅੱਗੇ ਵਧਣ ਦਾ ਦੋਸ਼ ਲਗਾਇਆ ਹੈ। ਜਾਂਚਕਰਤਾਵਾਂ ਨੇ ਅਜੇ ਤੱਕ ਪੀੜਤ ਦੀ ਪਛਾਣ ਨਹੀਂ ਦੱਸੀ ਹੈ, ਪਰ ਉਸਦੇ ਚਚੇਰੇ ਭਰਾ ਪ੍ਰਵੀਨ ਸੈਣੀ ਨੇ ਉਸ ਦੀ ਪਛਾਣ 20 ਸਾਲਾ ਅੰਤਰਰਾਸ਼ਟਰੀ ਵਿਦਿਆਰਥੀ ਕਾਰਤਿਕ ਸੈਣੀ ਵਜੋਂ ਕੀਤੀ ਹੈ। ਚਚੇਰੇ ਭਰਾ ਨੇ ਪਿਛਲੇ ਹਫ਼ਤੇ CBC ਟੋਰਾਂਟੋ ਨੂੰ ਦੱਸਿਆ ਕਿ ਸੈਣੀ ਅਗਸਤ 2021 ਵਿੱਚ ਕੈਨੇਡਾ ਆਇਆ ਸੀ। ਪ੍ਰਵੀਨ ਸੈਣੀ ਉੱਤਰੀ ਭਾਰਤੀ ਰਾਜ ਹਰਿਆਣਾ ਦੇ ਕਰਨੈਲ ਸ਼ਹਿਰ ਤੋਂ ਰਹਿਣ ਵਾਲਾ ਸੀ। ਸ਼ੈਰੀਡਨ ਕਾਲਜ ਨੇ ਪੁਸ਼ਟੀ ਕੀਤੀ ਹੈ ਕਿ ਕਾਰਤਿਕ ਉੱਥੋਂ ਦਾ ਵਿਦਿਆਰਥੀ ਸੀ। ਐਮਰਜੈਂਸੀ ਸੇਵਾਵਾਂ ਨੇ ਸੈਣੀ ਨੂੰ ਬਚਾਉਣ ਅਤੇ ਉਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਜਸਟਿਨ ਬੀਬਰ ਇੱਕ ਨਵਾਂ ਮਿਸ਼ਨ ਸ਼ੁਰੂ ਕਰਨ ਜਾ ਰਹੇ ਨੇ। ਇਹ ਮਿਸ਼ਨ ਪਾਣੀ ਦੇ ਨਾਲ ਜੁੜਿਆ ਹੋਇਆ ਹੈ, ਜਿੱਥੇ ਪਾਣੀ ਦੇ ਵਿੱਚ ਕੁਝ ਬਦਲਾਵ ਕਰਨਗੇ ਜਸਟਿਨ ਬੀਬਰ। ਜੀ ਹਾਂ, ਜਸਟਿਨ ਬੀਬਰ ਦਾ ਪਲਾਸਟਿਕ ਦੇ ਬਾਰੇ ਵੀ ਕਾਫੀ ਕੁਝ ਕਹਿਣਾ ਹੈ। ਕੀ ਹੈ ਇਸ ਬਾਰੇ ਪੂਰੀ ਡਿਟੇਲ ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਜਸਟਿਨ ਬੀਬਰ ਦਾ ਨਵਾਂ ਮਿਸ਼ਨ ਪੀਣ ਵਾਲੇ ਪਾਣੀ ਨੂੰ ਬਣਾਉਣਗੇ ਹੋਰ ਟਿਕਾਊ। ਬੀਬਰ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਦੁਨੀਆ ਨੂੰ ਸਭ ਤੋਂ ਵਧੀਆ ਪਾਣੀ ਦੀ ਪਹੁੰਚ ਹੋਵੇ। ਉਹਨਾਂ ਕਿਹਾ ਕਿ ਦੇਸ਼ ਇਹ ਜਾਣਨ ਕਿ ਆਪਣੇ ਲੋਕਾਂ ਦੀ ਸਭ ਤੋਂ ਵਧੀਆ ਸੁਰੱਖਿਆ ਕਿਵੇਂ ਕਰਨੀ ਹੈ। ਉਹਨਾਂ ਦੱਸਿਆ ਕਿ ਪਲਾਸਟਿਕ ਦੀ ਜ਼ਿਆਦਾ ਵਰਤੋਂ ਸਾਨੂੰ ਨੁਕਸਾਨ ਪਹੁੰਚਾ ਰਹੀ ਹੈ ਅਤੇ ਸਾਨੂੰ ਹੁਣ ਵਧੇਰੇ ਟਿਕਾਊ ਰਹਿਣ ਦੀ ਲੋੜ ਹੈ। ਬੀਬਰ ਅਤੇ ਉਹਨਾਂ ਦੇ ਪਾਰਟਨਰ ਮੀਕਾ ਕਰਾਵਲੋ ਨੇ ਬੋਤਲਬੰਦ ਪਾਣੀ ਦੇ ਬ੍ਰਾਂਡ ਜਨਰੋਸਿਟੀ ਨੂੰ ਇੱਕ ਵਾਟਰ ਟੈਕਨੋਲੋਜੀ ਕੰਪਨੀ ਵਿੱਚ ਵਿਕਸਿਤ ਕੀਤਾ ਹੈ, ਜੋ ਕਿ ਵਿਸ਼ਵ ਭਰ ਵਿੱਚ ਮੁੜ ਭਰਨਯੋਗ ਪ੍ਰੀਮੀਅਮ ਐਲਕਲਾਈਨ ਪਾਣੀ ਪ੍ਰੋਵਾਈਡ ਕਰ ਰਹੇ ਨੇ। ਉਹਨਾਂ ਨੇ ਇਸ ਮਹੀਨੇ ਕਤਰ ਵਿੱਚ FIFA ਵਿਸ਼ਵ ਕੱਪ ਵਿੱਚ 150 ਪਾਣੀ ਦੇ ਫੁਹਾਰਿਆਂ ਦਾ ਪ੍ਰਦਰਸ਼ਨ ਕੀਤਾ। ਬੀਬਰ ਨੇ ਕਿਹਾ ਕਿ ਉਹਨਾਂ ਦਾ ਮਕਸਦ ਸਿਰਫ ਪਾਣੀ ਪ੍ਰੋਵਾਈਡ ਕਰਨਾ ਨਹੀਂ ਹੈ, ਬਲਕਿ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨੂੰ ਘਟਾਉਣਾ ਹੈ। ਪਾਰਟਨਰ ਕਰਾਵਲੋ ਨੇ ਕਿਹਾ ਕਿ ਅਸੀਂ ਪਾਣੀ ਦੀ ਟੈਕਨੋਲੋਜੀ ਵਿੱਚ ਵਿਸ਼ਵ ਪੱਧਰੀ ਲੀਡਰ ਬਣਨ ਦੀ ਇੱਛਾ ਰੱਖਦੇ ਹਾਂ ਅਤੇ ਯੂਜ਼ਰਸ ਨੂੰ ਸਿੰਗਲ ਯੂਜ਼ ਪੈਕੇਜਿੰਗ ਦੀ ਥਾਂ ਮੁੜ ਭਰਨਯੋਗ ਉਤਪਾਦਾਂ ਨਾਲ ਜੋੜਨਾ ਚਾਹੁੰਦੇ ਹਾਂ। ਫਰਾਂਸ ਦੇ ਰਾਸ਼ਟਰਪਤੀ ਦਾ ਵਾਈਟ ਹਾਊਸ ਦੇ ਵਿੱਚ ਸਵਾਗਤ ਕੀਤਾ ਗਿਆ। ਇਸ ਮੌਕੇ ਰਾਸ਼ਟਰਪਤੀ ਬਾਈਡਨ ਵੱਲੋਂ ਕੁਝ ਖਾਸ ਵਿਚਾਰ ਸਾਂਝੇ ਕੀਤੇ ਗਏ ਤੇ ਉਹਨਾਂ ਨੇ ਗੱਠਜੋੜ ਦੀ ਗੱਲ ਕੀਤੀ ਹੈ। ਦੱਸਿਆ ਕਿ ਇਹ ਗੱਠਜੋੜ ਅਹਿਮ ਕਿਉਂ ਹੈ। ਫਰਾਂਸ ਦੇ ਰਾਸ਼ਟਰਪਤੀ ਦਾ ਵਾਈਟ ਹਾਊਸ 'ਚ ਹੋਇਆ ਸਵਾਗਤ। ਬਿਡੇਨ ਨੇ ਕਿਹਾ ਕਿ ਗੱਠਜੋੜ ਸਾਡੀ ਆਪਸੀ ਰੱਖਿਆ ਲਈ ਜ਼ਰੂਰੀ। US ਦੇ ਰਾਸ਼ਟਰਪਤੀ ਜੋ ਬਿਡੇਨ ਨੇ ਵੀਰਵਾਰ ਨੂੰ ਫਰਾਂਸ ਦੇ ਰਾਸ਼ਟਰਪਤੀ ਐਮੈਨੂਅਲ ਮੈਕਰੋਨ ਦਾ ਵਾਈਟ ਹਾਊਸ ਵਿੱਚ ਸਵਾਗਤ ਕੀਤਾ। US ਫਰਾਂਸ ਗੱਠਜੋੜ ਨੂੰ ਮਜ਼ਬੂਤ ਕਰਨ ਦੇ ਉਦੇਸ਼ ਦੇ ਨਾਲ ਇੱਕ ਅਧਿਕਾਰਿਤ ਰਾਜ ਯਾਤਰਾ ਦੀ ਸ਼ੁਰੂਆਤ ਕੀਤੀ ਗਈ, ਕਿਉਂਕਿ ਮੈਕਰੋਨ ਰੂਸ ਦੇ ਯੂਕਰੇਨ ਉੱਤੇ ਚੱਲ ਰਹੇ ਹਮਲੇ ਦੇ ਦੌਰਾਨ ਇੱਕ ਨਾਜ਼ੁਕ ਸਹਿਯੋਗੀ ਵਜੋਂ ਉੱਭਰਿਆ ਹੈ। ਬਿਡੇਨ ਨੇ ਵਾਈਟ ਹਾਊਸ ਦੇ ਦੱਖਣੀ ਲੌਨ ਵਿੱਚ ਇੱਕ ਰਸਮੀ ਆਗਮਨ ਸਮਾਰੋਹ ਵਿੱਚ ਕਿਹਾ ਕਿ ਸਾਡਾ ਦਿਲ ਅਜਿਹੇ ਨਜ਼ਦੀਕੀ ਦੋਸਤਾਂ ਦਾ ਵਾਈਟ ਹਾਊਸ ਵਿੱਚ ਸਵਾਗਤ ਕਰਨ ਦੇ ਲਈ ਨਿੱਘਾ ਹੈ। ਬਿਡੇਨ ਤੋਂ ਬਾਅਦ ਮੈਕਰੋਨ ਨੇ ਇੱਕ ਅਨੁਵਾਦਕ ਦੁਆਰਾ ਕਿਹਾ ਕਿ ਜਿਵੇਂ ਕਿ ਯੂਕਰੇਨ ਉੱਤੇ ਰੂਸ ਦੇ ਹਮਲੇ ਤੋਂ ਬਾਅਦ ਸਾਡੇ ਰਾਸ਼ਟਰਾਂ ਅਤੇ ਸਾਡੇ ਸਮਾਜਾਂ ਵਿੱਚ ਕਈ ਮੁਸ਼ਕਲਾਂ ਸਾਹਮਣੇ ਆ ਰਹੀਆਂ ਨੇ, ਯੂਰੋਪੀਅਨ ਧਰਤੀ ਉੱਤੇ ਯੁੱਧ ਵਾਪਸ ਆ ਰਿਹਾ ਹੈ। ਉਹਨਾਂ ਕਿਹਾ ਕਿ ਸਾਨੂੰ ਇੱਕ ਵਾਰ ਫਿਰ ਹਥਿਆਰਾਂ ਵਿੱਚ ਭਰਾ ਬਣਨ ਦੀ ਲੋੜ ਹੈ। ਬਿਡੇਨ ਨੇ ਅੱਗੋਂ ਕਿਹਾ ਕਿ ਫਰਾਂਸ ਅਮਰੀਕਾ ਦਾ ਸਭ ਤੋਂ ਪੁਰਾਣਾ ਸਹਿਯੋਗੀ ਅਤੇ ਇੱਕ ਅਟੁੱਟ ਸਾਥੀ ਹੈ, ਜੋ ਕਿ ਦੂਜੇ ਵਿਸ਼ਵ ਯੁੱਧ ਦੌਰਾਨ ਇਨਕਲਾਬੀ ਸਬੰਧਾਂ ਦੇ ਇਤਿਹਾਸ ਦਾ ਹਵਾਲਾ ਦਿੰਦਾ ਹੈ। ਬਿਡੇਨ ਨੇ ਕਿਹਾ ਕਿ ਸਾਡੇ ਦੋਹਾਂ ਦੇਸ਼ਾਂ ਵਿਚਕਾਰ ਗੱਠਜੋੜ ਸਾਡੀ ਆਪਸੀ ਰੱਖਿਆ ਲਈ ਜ਼ਰੂਰੀ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਹਾਦਸੇ 'ਚ ਪੰਜਾਬਣ ਲੜਕੀ ਦੀ ਮੌਤ, ਪੁਲਿਸ ਨੇ ਕੀਤਾ ਬਜ਼ੁਰਗ ਨੂੰ ਕਾਬੂ। ਕੈਨੇਡਾ 'ਚ ਠੰਡ ਨੇ ਕੀਤੇ ਬੁਰੇ ਹਾਲ, ਊਬਰ ਰਾਈਡ ਤੇ ਵਧੇ ਭਾਅ। ਟੋਰਾਂਟੋ ਵਿੱਚ ਚੱਲੀਆਂ ਗੋਲੀਆਂ, ਇੱਕ ਵਿਅਕਤੀ ਗੰਭੀਰ ਜ਼ਖਮੀ। GTA ਵਿੱਚ ਵਾਪਰੇ ਹਾਦਸੇ, ਇੱਕ ਦੀ ਗਈ ਜਾਨ। ਜਗਮੀਤ ਸਿੰਘ ਨੇ ਘੇਰੀ ਟਰੂਡੋ ਸਰਕਾਰ, ਵਰਕਰਾਂ ਦੇ ਹੱਕ ਦੀ ਕੀਤੀ ਗੱਲ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਦਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।